फिर रामै राम कहो कहबे माहे बबेक। एक अनेक मिल गया एक समाना एक। कबीर जा कर साध न सेविय हर की सेवा नाहि। ते घर मर हठ सारखे ਭੂਤ ਬਸੈ ਤਿਨ ਮਾਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ ਅੰਮ੍ਰਿਤ ਕੇ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕੇ ਆਨੰਦਿਤ ਹੁੰਦੇ ਆ ਰਹੇ ਹਾਂ। ਮਹਾਰਾਜ ਗਰੀਬ ਨਵਾਜ਼ ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਵਾਸਤੇ ਭੁੱਲੇ ਹੋਇਆਂ ਨੂੰ ਮਾਰਗ ਪਾਉਣ ਵਾਸਤੇ ਸਾਡੇ ਤਪਦੇ ਹੋਏ ਹਿਰਦਿਆਂ ਨੂੰ ਸਕੂਨ ਦਿਵਾਉਣ ਵਾਸਤੇ ਪਾਤਸ਼ਾਹ ਧੁਰ ਦਰਗਾਹੀ ਬਚਨ ਜੋ ਨੇ ਉਹਨਾਂ ਨੂੰ ਸਾਡੇ ਤੱਕ ਸਰਗੁਣਤਾ ਦੇ ਸਹਿਤ ਪਹੁੰਚਾਇਆ ਸਮਝਾਇਆ। ਮਹਾਰਾਜ ਸੱਚੇ ਪਾਤਸ਼ਾਹ ਚੱਲ ਰਹੀ ਤੁਰਕੀ ਬਾਣੀ ਦੀ ਲੜੀਵਾਰ ਕਥਾ ਦੇ ਦੁਆਰਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1374 ਅੰਗ ਦੇ ਉੱਪਰ ਆਪਣੀ ਜ਼ਬਾਨੀ ਪਾਕ ਤੋਂ ਭਗਤ ਬਾਬਾ ਕਬੀਰ ਜੀ ਪਾਵਨ ਬਚਨ ਕਰ ਰਹੇ ਨੇ। ਮਹਾਰਾਜ ਭਗਤ ਬਾਬਾ ਕਬੀਰ ਸਾਹਿਬ ਬਚਨ ਕਰਦਿਆਂ ਸੰਸਾਰ ਦੇ ਜੀਵਾਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਸੰਸਾਰ ਸਾਰਾ ਹੀ ਪਰਿਪੂਰਨ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ ਤੇ ਪਰ ਸੰਸਾਰ ਦੇ ਜੀਵ ਜਿੰਨੇ ਨੇ ਇਹ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ। ਇਹਨਾਂ ਦੇ ਹਿਰਦੇ ਇਹਨਾਂ ਦੀ ਵਿਚਾਰਧਾਰਾ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਹੈ। ਮਹਾਰਾਜ ਸਾਹਿਬ ਕਹਿੰਦੇ ਸਾਰਾ ਸੰਸਾਰ ਭਗਵਾਨ ਨੂੰ ਮਾਲਕ ਨੂੰ ਵਾਹਿਗੁਰੂ ਨੂੰ ਜਪਦਾ ਹੈ ਕਿ ਸਾਰੇ ਭਗਤ ਹੋ ਗਏ ਨੇ, ਸਾਰੇ ਕਬੀਰ ਸਾਹਿਬ ਬਣ ਗਏ ਨੇ, ਸਾਰੇ ਮਹਾਰਾਜ ਨਾਮਦੇਵ ਜੀ ਬਣ ਗਏ ਨੇ, ਸਾਰੇ ਮਹਾਰਾਜ ਰਵਿਦਾਸ ਜੀ ਬਣ ਗਏ ਨੇ, ਕਿ ਸਾਰੇ ਹੀ ਸਤਾ ਤੇ ਬਲਵੰਡ ਬਣ ਗਏ ਨੇ, ਕਿ ਸਾਰੇ ਹੀ ਬਾਬਾ ਸੁੰਦਰ ਜੀ ਵਾਲੀ ਉਪਾਧੀ ਨੂੰ ਪ੍ਰਾਪਤ ਹੋ ਗਏ ਨੇ। ਮਹਾਰਾਜ ਸਾਹਿਬ ਕਹਿੰਦੇ ਜੇ ਹੋਏ ਨਹੀਂ, ਭੱਟਾਂ ਦੀ ਉਪਾਧੀ ਨੂੰ ਪ੍ਰਾਪਤ ਹੋਏ ਨਹੀਂ, ਕਾਰਨ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਹੈਨ ਬਿਰਲੇ ਘਨੇ ਨਾਹੀ ਫੈਲ ਫਕੜ ਸੰਸਾਰ। ਸੰਸਾਰ ਦੇ ਅੰਦਰ ਸਿਮਰਨ ਕਰਨ ਵਾਲੀਆਂ ਰੂਹਾਂ ਹੈਨ, ਬੰਦਗੀ ਕਰਨ ਵਾਲੇ ਭਗਤ ਹੈਨ,
ਔਰ ਪਰਮਾਤਮਾ ਨਾਲ ਇੱਕ ਮਿਕਤਾ ਹਾਸਲ ਕਰਨ ਵਾਲੇ, ਜੀਵਨ ਦੀਆਂ ਵਾਸਨਾਵਾਂ ਕਾਮਨਾਵਾਂ ਦਾ ਅੰਤ ਕਰਨ ਵਾਲੀ ਸਤਪੁਰਸ਼ ਸੰਤ ਹਨ। ਪਰਮਾਤਮਾ ਦੀ ਇਬਾਦਤ ਕਰਕੇ ਜੀਵਨ ਨੂੰ ਸੁਧਾਰਨ ਵਾਲੇ ਸਾਧਨਾ ਸੰਪੰਨ ਸਾਧੂ ਜਨ ਹਨ। ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਤੁਰਨ ਵਾਲੇ, ਕਮਾਉਣ ਵਾਲੇ ਗੁਰਸਿੱਖ ਹਨ। ਪਰ ਮਹਾਰਾਜ ਕਹਿੰਦੇ ਹੈ ਬਿਰਲੇ, ਥੋੜੇ। ਕਮਾਲ ਦੀ ਗੱਲ ਹੈ। ਇੱਕ ਪਾਸੇ ਮਹਾਰਾਜ ਕਹਿੰਦੇ ਨੇ ਸਾਰੇ ਹੀ ਉਹਦੇ ਪੈਦਾ ਕੀਤੇ ਨੇ, ਸਾਰੇ ਹੀ ਉਹਨੂੰ ਜਪਦੇ ਨੇ। ਇੱਕ ਪਾਸੇ ਮਹਾਰਾਜ ਕਹਿੰਦੇ ਨੇ ਬਈ ਥੋੜੇ ਨੇ। ਮਹਾਰਾਜ ਕਹਿੰਦੇ ਥੋੜੇ ਉਹ ਨੇ ਜਿਹੜੇ ਪਰਮਾਤਮਾ ਨੂੰ ਮਿਲਣ ਵਾਸਤੇ ਟੁਰੇ ਨੇ। ਰਸਤੇ ਦੇ ਵਿੱਚ ਕੋਈ ਅੜਚਨ, ਕੋਈ ਵੀ ਮੋਹ, ਲੋਭ, ਵਿਚਾਰ, ਬੇਕਾਰ ਆਦਿ ਨੇ ਉਹਨਾਂ ਨੂੰ ਰੋਕਿਆ ਨਹੀਂ। ਬਹੁਤੇ ਉਹ ਨੇ ਜਿਹੜੇ ਚਾਲੇ ਥੇ ਹਰ ਮਿਲਣ ਕੋ, ਬੀਚੇ ਅਟਕਿਓ ਚੀਤ। ਅਰਾਧਿਆ ਸੀ, ਜਪਿਆ ਸੀ, ਪਰਮਾਤਮਾ ਨੂੰ ਪਾ ਲਈਏ, ਪਰਮਾਤਮਾ ਨੂੰ ਧਿਆ ਲਈਏ, ਪਰ ਚਿੱਤ ਵਿਚਾਲੇ ਅਟਕ ਗਿਆ। ਚਿੱਤ ਭਰਮ ਗਿਆ ਸੰਸਾਰ ਦੇ ਪਦਾਰਥਾਂ ਤੇ, ਚਿੱਤ ਭਰਮ ਗਿਆ ਦੌਲਤ ਤੇ, ਚਿੱਤ ਭਰਮ ਗਿਆ ਸ਼ੋਹਰਤ ਤੇ, ਚਿੱਤ ਭਰਮ ਗਿਆ ਸੰਸਾਰ ਦੇ ਰੰਗ ਮੰਚ ਨੂੰ ਤੱਕ ਕਰਕੇ। ਬਸ ਇਹੋ ਸਭ ਕੁਝ ਹੈ। ਭਗਵਾਨ ਨੂੰ ਜਪਦੇ ਨੇ, ਰੱਬ ਨੂੰ ਜਪਦੇ ਨੇ, ਉਹ ਪਦਾਰਥ ਲਈ ਜਪਦੇ ਆ, ਪਰਮਾਰਥ ਲਈ ਨਹੀਂ। ਸੁਖ ਮਿਲ ਜਾਵੇ ਜਪਦੇ ਨੇ, ਪੁੱਤਰ ਮਿਲ ਜਾਏ ਜਪਦੇ ਨੇ, ਧਨ ਮਿਲ ਜਾਏ ਜਪਦੇ ਨੇ। ਪਰਿਵਾਰ ਦੇ ਮੋਹ ਦੀਆਂ ਤੰਦਾਂ ਵਿੱਚ ਫਸੇ ਹੋਏ ਉਹ ਕੇਵਲ ਪੇਟ ਤੱਕ ਸੀਮਤ ਰਹਿ ਗਏ, ਪਰਿਵਾਰ ਤੱਕ ਸੀਮਤ ਰਹਿ ਗਏ, ਸੰਸਾਰ ਤੱਕ ਸੀਮਤ ਰਹਿ ਗਏ। ਜਪਿਆ ਉਹਨਾਂ ਨੇ ਵੀ ਕੇਵਲ ਸੰਸਾਰ ਤੱਕ। ਉਹ ਬੜੇ ਥੋੜੇ ਨੇ ਜਿਹੜੇ ਕਹਿੰਦੇ ਪਰਮਾਤਮਾ ਕੁਝ ਨਹੀਂ ਚਾਹੀਦਾ, ਸੁਖ ਨਹੀਂ ਚਾਹੀਦਾ, ਮਹਾਰਾਜ ਮੈਨੂੰ ਦੁੱਖ ਵੀ ਨਹੀਂ ਚਾਹੀਦਾ, ਮੈਨੂੰ ਭੁੱਖ ਵੀ ਦੇਵੇਂ ਤਾਂ ਵੀ ਮੈਂ ਰੱਜਿਆ ਨਾਗਾ, ਦੁੱਖ ਦੇਵੇਂ ਮੈਨੂੰ ਸੁਖ ਹੋਵੇਗਾ ਜੇ ਕਿਤੇ ਤੂੰ ਮਿਲ ਜਾਏ। ਮਹਾਰਾਜ ਦੇ ਬਚਨ ਨੇ, ਮਹਾਰਾਜ ਜੇ ਤੂੰ ਕਿਰਪਾ ਕਰ ਦੇਵੇਂ ਔਰ ਦੁੱਖ ਵਿੱਚ ਸੁਖ ਮਨਾਈ, ਮੈਂ ਦੁੱਖ ਦੀ ਘੜੀ ਵੀ ਹੋਵੇ ਉੱਚ ਵੀ ਸਕੂਨ ਮਹਿਸੂਸ ਕਰਾਂਗਾ ਜੇ ਤੂੰ ਮਿਲ ਜਾਵੇਂ, ਤੇਰੀ ਕਿਰਪਾ ਹੋ ਜਾਵੇ। ਮਹਾਰਾਜ ਸਾਹਿਬ ਕਹਿੰਦੇ ਨੇ ਜਦੋਂ ਪਰਮਾਤਮਾ ਨੂੰ ਜਿੰਨੇ ਪਾਉਣਾ ਹੈ ਉਹਦੀ ਇੱਛਾ ਇਹ ਵੀ ਨਹੀਂ ਹੁੰਦੀ ਕਿ ਮੈਨੂੰ ਔਰ ਸਵਰਗ ਮਿਲੇ, ਤੇ ਉਹਨੂੰ ਡਰ ਇਹ ਵੀ ਨਹੀਂ ਹੁੰਦਾ ਕਿ ਮੈਂ ਨਰਕਾਂ ਵਿੱਚ ਨਾ ਚਲਾ ਜਾਵਾਂ। ਉਹ ਕਹਿੰਦਾ ਦੋਨੇ ਹੀ, ਜੋ ਮਰਜ਼ੀ ਹੋ ਜਾਏ ਮੈਨੂੰ ਇਹਨਾਂ ਦੋਨਾਂ ਦੀ ਲੋੜ ਨਹੀਂ। ਮਹਾਰਾਜ ਕਬੀਰ ਸਾਹਿਬ ਦੇ ਬੋਲ ਨੇ। ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਕਿਆ ਨਰਕ ਕਿਆ ਸੁਰਗ ਬੇਚਾਰਾ, ਸੰਤਨ ਦੋਹੂ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਮੈਂ ਕਿਸੇ ਦੀ ਕਨੌੜ ਨਹੀਂ ਝੱਲਦਾ, ਨਾ ਨਰਕਾਂ 'ਚ ਭੇਜਣ ਵਾਲਿਆਂ ਦੀਆਂ ਮਿੰਨਤਾਂ ਕਰਦਾ, ਨਾ ਸਵਰਗਾਂ ਦਾ ਲਾਲਚ ਦੇਣ ਵਾਲੇ ਜਿਹੜੇ ਨੇ ਵਹਿਸ਼ਤ ਮਿਲੇਗੀ, ਹੋਰਾਂ ਮਿਲਣਗੀਆਂ, ਆਹ ਹੋਵੇਗਾ, ਆਹ ਹੋਵੇਗਾ, ਜਿਹੜੇ ਲਾਲਚ ਦਿੰਦੇ ਨੇ ਉਹਨਾਂ ਨਾਲ ਵੀ ਮੇਰੀ ਕੋਈ ਕਨੌੜ ਨਹੀਂ, ਕੋਈ ਮਿੰਨਤ ਨਹੀਂ, ਕੋਈ ਤਰਲਾ ਨਹੀਂ। ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ, ਉਹਦੀ ਕਿਰਪਾ ਮੰਗਦਾ ਹੈ। ਜੇ ਉਹਦੀ ਕਿਰਪਾ ਨਰਕਾਂ ਵਿੱਚ ਹੋਣੀ ਹੈ ਤੇ ਮੈਨੂੰ ਉਹੀ ਵਹਿਸ਼ਤ ਹੈ, ਸਵਰਗਾਂ ਵਿੱਚ ਹੋਣੀ ਹੈ ਤੇ ਉਹੀ ਵਹਿਸ਼ਤ ਹੈ। ਅਗਰ ਦੋਨਾਂ ਦੀ ਮੈਨੂੰ ਲੋੜ ਨਹੀਂ, ਮੇਰਾ ਆਸ਼ਾ ਗੁਰੂ ਦੇ ਚਰਨਾਂ ਵਿੱਚ ਜਾਣਾ ਹੈ, ਦੋਨਾਂ ਦੀ ਲੋੜ ਨਹੀਂ, ਦੋਨਾਂ ਤੋਂ ਬਿਵਰਜਤ ਹੈ। ਮਹਾਰਾਜ ਕਬੀਰ ਸਾਹਿਬ ਬਚਨ ਕਰਦੇ ਨੇ, ਕਬੀਰ ਰਾਮੈ ਰਾਮ ਕਹੋ, ਕਹਿਬੇ ਮਾਹੇ ਬਵੇਖ। ਮਹਾਰਾਜ ਕਬੀਰ ਸਾਹਿਬ ਕਹਿੰਦੇ ਜਿਹੜਾ ਰਮਿਆ ਹੋਇਆ ਰਾਮ ਹੈ, ਭਗਵਾਨ ਹੈ, ਵਾਹਿਗੁਰੂ ਹੈ, ਹਰ ਰਘੁਰੇਸ਼ੇ ਦੇ ਅੰਦਰ ਰਮਿਆ ਹੈ, ਹਰ ਜਰਰੇ ਦੇ ਅੰਦਰ ਹਾਜ਼ਰ ਨਾਜ਼ਰ ਹੈ,
ਹਰ ਕਤਰੇ ਕਤਰੇ ਦੇ ਅੰਦਰ ਸਮਾਇਆ ਹੋਇਆ ਹੈ। ਮਹਾਰਾਜ ਸਾਹਿਬ ਕਹਿੰਦੇ ਉਹ ਰਾਮ ਕਹੋ, ਉਹ ਰਾਮ ਦਾ ਨਾਮ ਜਪੋ। ਪਰ ਕਹਿਬੇ ਮਹਿ ਬਵੇਕ, ਕਹਿੰਦੇ ਕਹਿਣ ਵਾਲੇ ਜਿਹੜੇ ਨੇ ਕੁਝ ਰਾਸ ਧਾਰੀਏ ਜਿਹੜੇ ਆ ਨਾ, ਹੁਣ ਉਹ ਰਾਮ ਦਾ ਰੋਲ ਵੀ ਕਰ ਰਿਹਾ ਹੁੰਦਾ ਹੈ। ਜਿਹੜੀ ਰਾਸ ਖੇਡਦੇ ਨੇ, ਰਾਮ ਲੀਲਾ ਕਰਦੇ ਨਾ, ਉਹਦੇ ਵਿੱਚ ਇੱਕ ਸਰੀਰ ਰਾਮ ਦਾ ਰੋਲ ਕਰ ਰਿਹਾ ਹੁੰਦਾ ਹੈ। ਇੱਕ ਕ੍ਰਿਸ਼ਨ ਵਾਹਿਗੁਰੂ, ਇੱਕ ਲਛਮਣ ਦਾ ਰੋਲ ਕਰ ਰਿਹਾ ਹੁੰਦਾ, ਸਾਰੇ ਰੋਲ ਹੀ ਕਰ ਰਹੇ ਹੁੰਦੇ ਨੇ। ਤੇ ਜਿਹੜਾ ਰਾਮ ਦਾ ਰੋਲ ਕਰ ਰਿਹਾ ਹੁੰਦਾ ਹੈ, ਤੇ ਜਿਹੜਾ ਲਛਮਣ ਬਣ ਕੇ ਉਹਨੂੰ ਭਗਵਾਨ ਜਾਣ ਕੇ ਜਪ ਰਿਹਾ ਹੁੰਦਾ ਹੈ, ਜਿਹੜਾ ਭਰਤ ਬਣ ਕੇ ਉਹਦੀਆਂ ਖੜਾਵਾਂ ਰੱਖ ਕੇ ਔਰ ਉਹਨੂੰ ਯਾਦ ਕਰ ਰਿਹਾ ਹੁੰਦਾ ਹੈ, ਉਹ ਸੱਚੀ ਮੁੱਚੀ ਭਗਵਾਨ ਨੂੰ ਨਹੀਂ ਯਾਦ ਕਰ ਰਿਹਾ। ਉਹ ਸੱਚੀ ਮੁੱਚੀ ਰਾਮ ਨਹੀਂ ਗਾ, ਉਹ ਸੱਚੀ ਮੁੱਚੀ ਲਛਮਣ ਵਾਲੀ ਭਾਵਨਾ ਨਹੀਂ। ਉਹਦੇ ਭਾਵਨਾ ਹੈ ਕਿ ਮੈਂ ਬੜਾ ਫਬਦਾ ਹੈ, ਰੋਲ ਕਰਦਾ, ਮੈਨੂੰ ਚੰਗੀ ਮਾਇਆ ਮਿਲੇਗੀ, ਚੰਗਾ ਪੇਟ ਪੂਰਤੀ ਹੋਵੇਗੀ, ਮੈਨੂੰ ਰਾਮ ਦਾ ਰੋਲ ਮਿਲ ਗਿਆ ਤੇ ਮੇਰੀ ਚੰਗੀ ਪੇਟ ਪੂਰਤੀ ਹੋਵੇਗੀ ਔਰ ਮੈਨੂੰ ਆ ਹੋ ਜਾਵੇਗਾ, ਆ ਹੋ ਜਾਵੇਗਾ। ਸਭ ਪੇਟ ਤੱਕ ਸੀਮਤ ਰਹਿ ਗਏ, ਆ ਰੋਲ ਅਦਾ ਕੀਤਾ, ਰਾਮ ਰਾਮ ਕੀਤਾ। ਇੱਕ ਭਰਤ ਬਣ ਗਿਆ, ਉਹ ਖੜਾਵਾਂ ਰੱਖ ਕੇ ਰਾਮ ਦੀਆਂ ਬੈਠਾ ਹੈ, ਪਰ ਧਿਆਨ ਉਹਦਾ ਵੀ ਪੇਟ ਪੂਰਤੀ ਤਾਂ ਕਿ ਮੈਂ ਭਰਤ ਦਾ ਰੌਲ ਮਿਲਿਆ, ਮੈਨੂੰ ਚੰਗੀ ਮਾਇਆ ਮਿਲਣੀ, ਮੇਰੇ 4 ਦਿਨ ਚੰਗੇ ਲੱਗਦਾ ਨੇ। ਭਗਵਾਨ ਤੱਕ ਉਹਦੀ ਵੀ ਇੱਛਾ ਨਹੀਂ। ਕਹਿੰਦੇ ਇੱਕ ਤਾਂ ਰਾਮ ਹੁਣ ਇਹ ਕਹਿੰਦੇ ਨੇ, ਦੁਨੀਆ ਦੇ ਬਹੁਤਾਤ ਅੰਦਰ ਲੋਕ ਰਾਮ ਇਹ ਜਪਦੇ ਨੇ, ਪੇਟ ਤੱਕ ਸੀਮਤ ਹੈ। ਮਹਾਰਾਜ ਸੱਚੀ ਸਰਕਾਰ ਕਹਿੰਦੇ ਕਿ ਉਹ ਨੇ, ਉਹਨਾਂ ਨੂੰ ਕਿਸੇ ਰੋਲ ਦੀ ਲੋੜ ਨਹੀਂ, ਭਗਵਾਨ ਚਾਹੀਦਾ ਹੈ। ਭਾਵਨਾ ਸਹਿਤ ਹਿਰਦੇ ਹੋਵਣਗੇ, ਸ਼ਰਧਾ ਵਾਲੇ ਹਿਰਦੇ ਹੋਵਣਗੇ, ਪ੍ਰੇਮ ਵਾਲੇ ਹਿਰਦੇ ਹੋਵਣਗੇ, ਭਗਵਾਨ ਪ੍ਰਗਟ ਹੋਵੇਗਾ, ਭਗਵਾਨ ਪ੍ਰਗਟ ਹੋਵੇਗਾ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਭਗਵਾਨ ਨੂੰ ਪ੍ਰਗਟ ਕਰਨ ਲਈ ਜਪਦੇ ਆ ਨਾ, ਉਹਨਾਂ ਦੇ ਅੰਦਰ ਕਹਿਬੇ ਮਾਹੇ ਬਵੇਕ, ਉਹਨਾਂ ਦੇ ਕਹਿਣ ਵਿੱਚ ਬਵੇਕ ਹੈ, ਵਿਚਾਰ ਹੈ। ਕਿਹੜੀ ਵਿਚਾਰ ਹੈ? ਬਿਬ ਪਲਸ 1, ਔਰ ਬਿਬ ਦਾ ਅਖਰੀ ਅਰਥ ਹੁੰਦਾ ਹੈ 2। ਇੱਕ ਭਗਵਾਨ, ਇੱਕ ਭਗਤ। ਭਗਤ ਜਪਦਾ ਭਗਵਾਨ ਨੂੰ ਮਿਲਣ ਵਾਸਤੇ, ਉਹ ਜਪਦਾ ਕਿਸੇ ਲਾਲਚ ਵਿੱਚ, ਕਿਸੇ ਵਸਤੂ ਵਿੱਚ ਅਟਕਿਆ ਨਹੀਂ, ਉਹ ਸਿੱਧਾ ਚੱਲਦਾ ਗਿਆ ਹੈ। ਉਹ ਭਗਵਾਨ ਤੇ ਭਗਤ ਇੱਕ ਹੋ ਗਏ ਨੇ। ਬਵੇਕ ਬਿਬ ਏਕ ਰੂਪ ਹੋਵੇ ਗਇਓ। ਮਹਾਰਾਜ ਕਲਗੀਧਰ ਸਾਹਿਬ ਕਹਿੰਦੇ ਦ્વੈਤ ਤੇ ਏਕ ਰੂਪ ਹੋਏ ਗਇਓ, ਦੋਨਾਂ ਤੋਂ ਇੱਕ ਰੂਪ ਹੋ ਗਏ। ਉਹ ਭਗਵਾਨ ਜਪਣ ਵਾਲਾ ਔਰ ਭਗਵਾਨ ਤੇ ਭਗਤ ਇੱਕ ਹੋ ਜਾਂਦੇ ਨੇ, ਜਿਹਨੂੰ ਕਬੀਰ ਸਾਹਿਬ ਕਹਿੰਦੇ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਭਗਤ ਭਗਵਾਨ ਹੋ ਗਿਆ ਹੈ। ਭਗਵਾਨ ਭਗਤ ਦਾ ਰੂਪ ਧਾਰਨ ਕਰਕੇ ਉਹ ਭਗਤੀ ਕਰਦਾ, ਉਹਦੇ ਘਰੇ ਜਗ ਪਿਆ ਕਰਦਾ। ਕਬੀਰ ਦੇ, ਕਬੀਰ ਬੈਠਾ ਜੰਗਲ ਵਿੱਚ ਭਗਤੀ ਕਰਦਾ ਕਿ ਇਹਨਾਂ ਜਾਤ ਅਭਿਮਾਨੀਆਂ ਨੇ, ਈਰਖਾਲੂਆਂ ਨੇ ਸੰਤ ਮੰਡਲੀਆਂ ਨੂੰ, ਸਾਧੂਆਂ ਨੂੰ ਸੱਦੇ ਲਾਤੇ ਨੇ। ਇਸ ਦਿਨ ਕਬੀਰ ਦੇ ਘਰੇ ਭੰਡਾਰਾ ਹੈ। ਕਹਿੰਦਾ ਜੋ ਹੋਏਗਾ ਵੇਖੀ ਜਾਸੀ। ਲੋਈ ਨੂੰ ਕਹਿਤਾ ਤੂੰ ਲਾਗੇ ਕਿਸੇ ਘਰੇ ਚਲੀ ਜਾ, ਜੋ ਹੋਏਗਾ ਭਗਵਾਨ ਜਾਣੇ। ਆਪ ਜਾ ਕੇ ਜੰਗਲ ਵਿੱਚ ਭਗਤੀ ਕਰਦੇ ਨੇ। ਉਹ ਭਗਤੀ ਕਰਦਾ ਭਗਵਾਨ ਦਾ ਰੂਪ ਹੋਇਆ, ਸੁਰਤ ਜੋੜ ਕੇ ਭਗਵਾਨ ਕਬੀਰ ਬਣ ਕੇ ਉਹਦੇ ਘਰ ਆ ਕੇ ਸੰਗਤਾਂ ਨੂੰ, ਸੰਤਾਂ ਨੂੰ, ਭਗਤਾਂ ਨੂੰ ਔਰ ਭੋਜਨ ਪਿਆ ਛਕਾਉਂਦਾ ਹੈ। ਇੱਕ ਹੋ ਗਏ ਨੇ। ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਸੰਸਾਰ ਨੇ ਬੜੇ ਦੁੱਖ ਦੇਣੇ ਚਾਹੇ ਨੇ, ਬੜਾ ਥੜਕਾਉਣਾ ਚਾਹਿਆ, ਪਰ ਉਹ ਭਾਵਨਾ ਇਹਨਾਂ ਸਾਰੇ ਦੁੱਖਾਂ ਨੂੰ ਸਹਾਰ ਕੇ ਜਿੱਦਣ ਉਹ ਭਗਵਾਨ ਹੋ ਗਏ ਤੇ ਭਗਤ ਜਿਹੜਾ ਹੈ, ਭਗਵਾਨ ਜਿਹੜਾ ਭਗਤ ਬਣ ਗਿਆ,
ਭਗਤ ਗੁਰਸਿੱਖ ਭਗਵਾਨ ਹੋ ਗਿਆ ਉਦਣ ਸਭਨਾਂ ਲੋਕਾਂ ਸਭਨਾਂ ਦੇ ਸਿਰ ਚਰਨਾਂ ਤੇ ਆ ਗਏ ਨੇ। ਸਾਰੇ ਨਮਸਕਾਰਾਂ ਕਰਦੇ ਨੇ, ਸਭ ਪੂਜਦੇ ਨੇ। ਮਹਾਰਾਜ ਕਬੀਰ ਸਾਹਿਬ ਕਹਿੰਦੇ ਉਹ ਇੱਕ ਹੋ ਗਏ ਨੇ। ਨਹੀਂ ਤੇ ਰਾਮ ਵੱਖਰਾ ਹੈ, ਆਰਾਧਨਾ ਕਰਨ ਵਾਲਾ ਵੱਖਰਾ ਹੈ। ਉਹ ਪੇਟ ਤੱਕ ਸੀਮਤ ਹੈ ਕਿ ਮੈਨੂੰ ਕੁਝ ਮਿਲ ਜਾਵੇ, ਉਹ ਪਰਮਾਰਥ ਤੱਕ ਸੀਮਤ ਹੈ ਕਿ ਭੁੱਖੇ ਵੀ ਰਹਿਣਾ ਮਨਜ਼ੂਰ ਹੈ। ਪਰ ਤੂੰ ਚਾਹੀਦਾ, ਉਹਨੂੰ ਪਤਾ ਹੈ ਜਿਹੜਾ ਕੁੱਲ ਕਾਇਨਾਤ ਨੂੰ ਭੋਜਨ ਦਿੰਦਾ ਹੈ, ਜਿਹੜਾ ਕੁੱਲ ਕਾਇਨਾਤ ਨੂੰ ਜਨਮ ਦਿੰਦਾ ਹੈ, ਕੁੱਲ ਕਾਇਨਾਤ ਦੀਆਂ ਇਛਾਵਾਂ ਪੂਰੀਆਂ ਕਰਦਾ ਹੈ, ਉਹ ਆਪਣੀ ਭਗਤੀ ਕਰਨ ਵਾਲੇ ਨੂੰ ਭੁੱਖਾ ਮਾਰ ਦੇਵੇਗਾ। ਉਹਦੇ ਲਈ ਉਹਦੇ ਕੋਲ 2 ਰੋਟੀਆਂ ਨਹੀਂ ਹੈ, ਉਹ 2 ਰੋਟੀਆਂ ਉਹਨੂੰ ਵੀ ਦੇ ਦੇਵੇਗਾ, ਉਹਨੂੰ ਭੁੱਖਾ ਨਹੀਂ ਰਹਿਣ ਦਿੰਦਾ। ਮਹਾਰਾਜ ਕਬੀਰ ਸਾਹਿਬ ਕਹਿੰਦੇ ਉਹਦੇ ਤੇ ਭਰੋਸਾ ਕਰਕੇ ਜਿਹੜੇ ਇੱਕ ਰੂਪ ਹੋ ਗਏ ਨੇ, ਏਕ ਅਨੇਕੈ ਮਿਲ ਗਿਆ, ਜਿਹੜਾ ਇੱਕ ਪਰਮਾਤਮਾ ਅਨੇਕੈ ਮਿਲ ਗਿਆ, ਅਨੇਕਤਾ ਦੇ ਵਿੱਚ ਮਿਲਿਆ। ਕਣ ਕਣ ਦੇ ਵਿੱਚ ਭਗਵਾਨ ਨੇ, ਹਰ ਜਰਰੇ ਜਰਰੇ ਦੇ ਅੰਦਰ ਭਗਵਾਨ ਨੇ। ਉਹਨੂੰ ਜਦੋਂ ਨਦਰ ਬਣ ਗਈ ਭਗਵਾਨ ਦਾ ਸਿਮਰਨ ਕਰਦੇ ਆ, ਸਾਰੀਆਂ ਜਗ੍ਹਾ ਤੇ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ, ਸਾਰੀਆਂ ਜਗ੍ਹਾ ਤੇ ਰੱਬ ਨੂੰ ਦੇਖਿਆ। ਪਾਣੀ ਪੀਂਦਾ ਹੈ ਤੇ ਇਹ ਨਹੀਂ ਕਹਿੰਦਾ ਪਿਆਸ ਪਾਣੀ ਨੇ ਬੁਝਾਈ, ਕਹਿੰਦੇ ਭਗਵਾਨ ਨੇ। ਪਾਣੀ ਦੇ ਅੰਦਰ ਭਗਵਾਨ ਨੇ। ਭੋਜਨ ਕਰਦਾ ਹੈ, ਇਹ ਨਹੀਂ ਕਿਹਾ ਭੋਜਨ ਨੇ ਭੁੱਖ ਮਿਟਾ ਦਿੱਤੀ, ਸਰੀਰ ਨੂੰ ਐਨਰਜੀ ਦਿੱਤੀ ਆ, ਕਹਿੰਦਾ ਨਹੀਂ ਭਗਵਾਨ ਨੇ। ਉਹਦੇ 'ਚ ਵੀ ਭਗਵਾਨ ਨਜ਼ਰ ਆਉਂਦਾ ਹੈ ਹਰ ਜਗ੍ਹਾ ਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਨੇਕਤਾ ਵਿੱਚ ਮਿਲਿਆ ਤੇ ਉਹਨੂੰ ਮਿਲ ਗਿਆ। ਤੇ ਜਿਹੜਾ ਉਸ ਭਗਵਾਨ ਜਿਹੜਾ ਅਨੇਕਤਾ ਨਾਨਾਪਨ ਵਿੱਚ ਰਮਿਆ ਹੋਇਆ ਹੈ, ਜਿਹੜਾ ਭਗਤ ਆਰਾਧਨਾ ਕਰਨ ਵਾਲਾ ਗੁਰਸਿੱਖ ਪਿਆਰਾ ਉਹਦੇ ਤੱਕ ਪਹੁੰਚ ਗਿਆ ਨਾ, ਉਹਨੂੰ ਮਹਾਰਾਜ ਕਹਿੰਦੇ ਏਕ ਸਮਾਨਾ, ਏਕ ਇੱਕ ਦੇ ਸਮਾਨ ਹੋ ਗਿਆ ਹੈ। ਤੇ ਫਿਰ ਇੱਕ ਹੀ ਨਜ਼ਰ ਆਉਂਦਾ, ਦੂਜਾ ਕੋਈ ਨਹੀਂ ਨਜ਼ਰ ਆਉਂਦਾ, ਉਹ ਇੱਕ ਸਮਾਨ ਹੋ ਗਿਆ ਹੈ, ਭਗਵਾਨ ਦਾ ਰੂਪ ਹੋ ਗਿਆ ਹੈ। ਜਿਵੇਂ ਜਲ ਦੇ ਵਿੱਚ ਜਲ ਮਿਲ ਗਿਆ ਤੇ ਕਿਸੇ ਨੂੰ ਪਤਾ ਨਹੀਂ ਲੱਗਦਾ ਪਾਣੀ ਜਿਹੜਾ ਇਹਦੇ ਵਿੱਚ ਉਹ ਲੈ ਰਿਹਾ ਪਾਇਆ ਉਹ ਕਿਹੜਾ ਹੈ ਤੇ ਪਹਿਲਾਂ ਵਾਲਾ ਕਿਹੜਾ ਹੈ। ਹੁਣ ਜੀਵਾਂ ਨੂੰ ਪਤਾ ਨਹੀਂ ਲੱਗਦਾ ਭਗਤ ਕਿਹੜਾ ਤੇ ਭਗਵਾਨ ਕਿਹੜਾ, ਇੱਕ ਰੂਪ ਹੋ ਗਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਰਾਧਿਆ, ਜਿਨ੍ਹਾਂ ਮਾਲਕ ਨੂੰ ਚਾਹਿਆ ਹਿਰਦੇ ਦੇ ਅੰਦਰ, ਮਹਾਰਾਜ ਕਹਿੰਦੇ ਨਹੀਂ ਤਾਂ ਸੰਸਾਰ ਦੀ ਭਾਵਨਾ ਐਸੀ ਹੈ, ਵਸਦੇ ਨੇ ਘਰ, ਵਸਦੀਆਂ ਨੇ ਵਸਤੀਆਂ, ਮਹਾਰਾਜ ਸਾਹਿਬ ਕਹਿੰਦੇ ਮੱਚਦੇ ਨੇ ਸ਼ਮਸ਼ਾਨ ਭੂਮੀ ਦੀ ਤਰ੍ਹਾਂ, ਔਰ ਲਪਟਾਂ ਨਿਕਲਦੀਆਂ ਨੇ ਹਰ ਹਿਰਦੇ ਦੇ ਵਿੱਚੋਂ, ਹਰ ਘਰ ਦੇ ਵਿੱਚੋਂ। ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਾ ਕਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਘਰ ਦੇ ਅੰਦਰ ਅਤਿਥੀ ਆਇਆ ਹੈ, ਆਰਾਧਨਾ ਕਰਨ ਵਾਲਾ ਆਇਆ ਹੈ, ਸਾਧਨਾ ਕਰਨ ਵਾਲਾ ਆਇਆ ਹੈ, ਸਿਮਰਨ ਵਾਲਾ ਆਇਆ ਹੈ। ਉਹਨੇ ਕਿਹਾ ਹੈ ਕਿ ਰੱਬ ਦੇ ਨਾਂ ਤੇ ਲਿਆਓ, ਮੈਨੂੰ ਇੱਕ ਅੱਧਾ ਪ੍ਰਸ਼ਾਦਾ ਛਕਾ ਦਿਓ, ਭੁੱਖਾ ਚੱਲਿਆ ਜਾਂ ਵਿਹਲੜ ਕਿਸੇ ਥਾਂ ਦਾ ਨਕੰਮਾ, ਪਤਾ ਨਹੀਂ ਉਹਨੂੰ ਕੀ ਕੀ ਬੋਲਦੇ। ਇੱਕ ਆਦਮੀ ਭੁੱਖੇ ਦੀ ਭੁੱਖ ਨਹੀਂ ਮਿਟਾ ਸਕਦਾ। ਇੱਕ ਤੇਰੇ ਦਰ ਤੋਂ ਭੋਜਨ ਭੁੱਖਾ ਮੰਗਣ ਆਇਆ ਹੈ, ਤੂੰ ਉਹਨੂੰ ਕੁਝ ਨਹੀਂ ਦੇ ਸਕਦਾ। ਤੂੰ ਰੋਜ਼ ਤੜਕੇ ਜਿਉਂ ਹੱਥ ਬੰਨ ਕੇ ਖੁਦਾ ਤੋਂ ਮੰਗਣ ਲੱਗਦਾ, ਮੈਨੂੰ ਆ ਵੀ ਮਿਲ ਜੇ, ਆ ਵੀ ਮਿਲ ਜੇ। ਉਹਨੇ ਤਾਂ 2 ਰੋਟੀਆਂ ਮੰਗੀਆਂ, ਤੂੰ ਪਤਾ ਨਹੀਂ ਮਹਾਰਾਜ ਨੂੰ ਰੋਜ਼ 200 ਕੰਮ ਗਨਾ ਦੇਣਾ ਹੈ। ਰੱਬ ਤੈਨੂੰ ਵੀ ਤਾਂ ਦਿੰਦਾ ਹੈ, ਤੂੰ 2 ਪ੍ਰਸ਼ਾਦੇ ਉਹਨੂੰ ਦੇ। ਕਿਸੇ ਦੀ ਭੁੱਖ ਮਿਟਾ, ਰੱਬ ਤੇਰੀ ਮਿਟਾਏਗਾ। ਤੂੰ ਕਿਸੇ ਨੂੰ ਛਕਾ, ਰੱਬ ਤੇਰੇ ਭੰਡਾਰੇ ਭਰਪੂਰ ਕਰ ਦੇਵੇਗਾ। ਵੀ ਇਹ ਵਰਤਾਉਂਦਾ ਹੈ, ਛਕਾਉਂਦਾ ਰੱਬ ਦੇ ਨਾਂ ਤੇ। ਮਹਾਰਾਜ ਸਾਹਿਬ ਕਹਿੰਦੇ ਨੇ ਜਿੰਨਾ ਚਿਰ ਉਹਨੂੰ ਨਹੀਂ ਸਿਮਰਿਆ, ਮਹਾਰਾਜ ਕਹਿੰਦੇ ਜਹ ਸਾਧੂ ਗੋਬਿੰਦ ਭਜਨ,
ਜਿੱਥੇ ਸਾਧ ਆਰਾਧਨਾ ਕਰਦੇ, ਸਾਧਨਾ ਵਾਲੇ ਗੁਰ ਸਿੱਖ ਪਿਆਰੇ ਪਰਮਾਤਮਾ ਨੂੰ ਸਿਮਰਦੇ ਨੇ, ਉਹਨਾਂ ਲਈ। ਔਰ ਮਹਾਰਾਜ ਸਾਹਿਬ ਕਹਿੰਦੇ ਨੇ ਜਿਹਦੇ ਘਰ ਅੰਦਰ, ਜਿਹਦੇ ਹਿਰਦੇ ਵਿੱਚ, ਜਿਹੜੀ ਬਸਤੀ ਦੇ ਅੰਦਰ ਉਹਨਾਂ ਆਰਾਧਨਾ ਕਰਨ ਵਾਲਿਆਂ ਦਾ ਸਤਿਕਾਰ ਨਹੀਂ, ਉਹਨਾਂ ਦਾ ਤਿਰਸਕਾਰ ਕੀਤਾ ਜਾਂਦਾ ਹੈ, ਉਹਨਾਂ ਦਾ ਨਿਰਾਦਰ ਕੀਤਾ ਜਾਂਦਾ ਹੈ। ਤੇ ਉਹਨਾਂ ਦਾ ਨਿਰਾਦਰ ਕਰਕੇ ਆਰਾਧਨਾ ਕਰਨ ਵਾਲਿਆਂ ਦਾ, ਬੰਦਗੀ ਕਰਨ ਵਾਲਿਆਂ ਦਾ, ਭਗਵਾਨ ਦੇ ਮਾਰਗ ਦੇ ਮੁਤਲਾਸ਼ੀਆਂ ਦਾ ਨਿਰਾਦਰ ਕਰਕੇ ਇਹ ਕਹੇ ਮੈਂ ਭਗਵਾਨ ਦੀ ਸੇਵਾ ਕਰਦਾ, ਮੈਂ ਰੱਬ ਨੂੰ ਮੰਨਦਾ, ਮੈਂ ਨਹੀਂ ਕਿਸੇ ਨੂੰ, ਮੈਂ ਪਰਮਾਤਮਾ ਨੂੰ ਮੰਨਦਾ, ਮੈਂ ਉਹਨੂੰ ਆਹ ਕਰ ਦਿਆਂਗਾ। ਮਹਾਰਾਜ ਕਹਿੰਦੇ ਨਹੀਂ ਹੈ, ਐਸਾ ਨਹੀਂ ਹੋ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲ ਨੇ। ਮਹਾਰਾਜ ਚੌਪਈ ਦੇ ਅੰਦਰ ਬਚਨ ਕਰਦੇ, ਸੰਤਨ ਦੁੱਖ ਪਾਏ ਤੇ ਦੁਖੀ। ਰੱਬ ਵੀ ਦੁਖੀ ਹੁੰਦਾ ਹੈ ਜਦੋਂ ਸੰਤਾਂ ਨੂੰ ਕੋਈ ਦੁਖਾਉਂਦਾ ਹੈ, ਸ਼ਾਂਤ ਆਤਮਾਵਾਂ ਨੂੰ ਕੋਈ ਔਰ ਤਪਾਉਣ ਦਾ ਯਤਨ ਕਰਦਾ ਹੈ, ਉਹਨੂੰ ਸੰਤ ਨੂੰ ਤਪਾਉਂਦਾ ਹੈ। ਤੇ ਫਿਰ ਜਦ ਭਗਵਾਨ ਉਹਦੀ ਮਦਦ ਤੇ ਆਉਂਦਾ ਹੈ ਤੇ ਤਪਾਉਣ ਵਾਲੇ ਦੀਆਂ ਜੜ੍ਹਾਂ ਪੁੱਟ ਦਿੰਦਾ ਹੈ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਜਿਨੇ ਸੰਤ ਪ੍ਰਹਿਲਾਦ ਦੀ ਪੈਜ ਰੱਖੀ। ਬਾਣੀ ਨੇ ਸੰਤ ਸਰੀਰ ਨੂੰ ਮੰਨਿਆ, ਸੰਤ ਪ੍ਰਹਿਲਾਦ ਕਿਹਾ। ਪ੍ਰਹਿਲਾਦ ਆਰਾਧਨਾ ਕਰਦਾ ਹੈ ਤੇ ਬਾਪ ਉਹਨੂੰ ਤਪਾਉਂਦਾ ਹੈ, ਰਾਜ ਪਾਟ ਦੇ ਅਧਿਕਾਰੀ ਉਹਨੂੰ ਤਪਾਉਂਦੇ ਨੇ। ਤਪਾਉਂਦਿਆਂ ਤਪਾਉਂਦਿਆਂ ਜਦੋਂ ਨਹੀਂ ਹਟੇ, ਫਿਰ ਦੇਖੋ ਜੈ ਜੈਕਾਰ ਕਿਹਦੀ ਹੋਈ ਆ, ਤਪਾਉਣ ਵਾਲੇ ਦਾ ਕੀ ਬਣਿਆ। ਜਦੋਂ ਰੱਬ ਤਪਿਆ, ਰੱਬ ਨੇ ਦੇਖਿਆ ਹੱਦ ਹੋ ਗਈ, ਇਹ ਹਟਦੇ ਹੀ ਨਹੀਂ, ਇਹਦੇ ਮਗਰ ਹੀ ਪੈ ਗਏ ਹੱਥ ਧੋ ਕੇ। ਇਹਨੂੰ ਮੁਕਾਉਣਾ ਚਾਹੁੰਦੇ ਨੇ, ਭਗਤ ਨੂੰ ਮੁਕਾਉਣਾ ਚਾਹੁੰਦੇ ਨੇ, ਇਸ ਸੰਤ ਸਰੂਪ ਨੂੰ ਮੁਕਾਉਣਾ ਚਾਹੁੰਦੇ ਨੇ। ਫਿਰ ਰੱਬ ਨੇ ਉਹ ਸਾਰੇ ਮੁਕਾਤੇ। ਹਰਨਾਕਸ਼ ਵੀ, ਉਹਦੇ ਜਿਹੜੇ ਹਮੈਤੀਏ ਸਨ, ਉਹ ਵੀ ਸਭ ਮੁਕਾ ਦਿੱਤੇ। ਰੱਬ ਦੁੱਖ ਉਦੋਂ ਮੰਨਦਾ ਹੈ ਜਦੋਂ ਰੱਬ ਦੇ ਪਿਆਰੇ ਦਾ ਨਿਰਾਦਰ ਹੁੰਦਾ ਹੈ, ਉਹਦਾ ਅਪਮਾਨ ਹੁੰਦਾ ਹੈ ਔਰ ਉਹਦਾ ਨਿਰਾਦਰ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਕੀ ਹੁੰਦਾ ਹੈ, ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਸਾਧੂ, ਸਾਧਨਾ ਕਰਨ ਵਾਲੇ, ਆਰਾਧਨਾ ਕਰਨ ਵਾਲੇ, ਜਪਣ ਵਾਲੇ ਸਤਪੁਰਸ਼ ਗੁਰਸਿੱਖ ਪਿਆਰੇ ਪਰਮਾਤਮਾ ਨੂੰ ਜਪਦੇ, ਜਦੋਂ ਫਿਰ ਕੋਈ ਉਹਨਾਂ ਦਾ ਅਦਬ ਤੇ ਸਤਿਕਾਰ ਕਰਦਾ ਹੈ ਨਾ, ਰੱਬ ਦੀ ਉਹਨਾਂ ਤੇ ਪ੍ਰਸੰਨਤਾ ਹੁੰਦੀ ਹੈ। ਪਰਮਾਤਮਾ ਉਦੋਂ ਸਕੂਨ ਮਹਿਸੂਸ ਕਰਦਾ ਹੈ। ਤੇ ਜਿਹੜਾ ਉਹਨਾਂ ਦੀ ਸੇਵਾ ਕਰਦਾ ਹੈ, ਜੇ ਕੋਈ ਜੀਉ ਆਇਆ ਉਹਨਾਂ ਨੂੰ ਕਹੇ, ਜੇ ਕੋਈ ਜੀਉ ਆਇਆ ਉਹਨਾਂ ਨੂੰ ਕਹਿੰਦਾ ਨਾ, ਜਪਣ ਵਾਲਿਆਂ ਨੂੰ, ਤੇ ਫਿਰ ਮਹਾਰਾਜ ਕਹਿੰਦੇ ਜਮ ਕੀ ਤਲਬ ਨਾ ਹੋਈ, ਉਹਨੂੰ ਜਮਾਂ ਦੀ ਤਾੜਨਾ ਨਹੀਂ ਹੁੰਦੀ। ਜਿਹੜਾ ਉਹਨਾਂ ਦਾ ਸਤਿਕਾਰ ਕਰਦਾ ਹੈ, ਗੁਰਸਿੱਖਾਂ ਜਪਣ ਵਾਲਿਆਂ ਦਾ, ਭਾਵਨਾ ਵਾਲਿਆਂ ਦਾ, ਮਹਾਰਾਜ ਸਾਹਿਬ ਮਿਹਰ ਕਰਦੇ ਨੇ। ਜਿੱਥੇ ਇਹਨਾਂ ਦੀ ਸੇਵਾ ਨਹੀਂ, ਜਿੱਥੇ ਇਹਨਾਂ ਦਾ ਸਤਿਕਾਰ ਨਹੀਂ, ਭਾਵੇਂ ਉਹ ਬਾਹਰੀ ਘਰ ਹੋਵੇ ਤੇ ਭਾਵੇਂ ਹਿਰਦਾ ਘਰ ਹੋਵੇ, ਮਹਾਰਾਜ ਕਹਿੰਦੇ ਜਿੱਥੇ ਇਹਨਾਂ ਲਈ ਨਫ਼ਰਤ ਹੈ, ਜਿੱਥੇ ਇਹਨਾਂ ਲਈ ਈਰਖਾ ਹੈ, ਜਿੱਥੇ ਇਹਨਾਂ ਲਈ ਜਲਨਸ਼ੀ ਹੈ, ਮਹਾਰਾਜ ਸਾਹਿਬ ਕਹਿੰਦੇ ਇਹ ਸਭ ਕੁਝ ਕਰਕੇ, ਜਪਣ ਵਾਲਿਆਂ ਦਾ ਤਿਰਸਕਾਰ ਕਰਕੇ ਕੋਈ ਕਹੇ ਮੈਂ ਭਗਵਾਨ ਦੀ ਸੇਵਾ ਕਰਾਂਗਾ, ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ, ਐਸਾ ਨਹੀਂ ਹੋ ਸਕਦਾ। ਕਬੀਰ ਜਾ ਕਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ। ਉੱਥੇ ਹਰੀ ਦੀ ਸੇਵਾ ਨਹੀਂ, ਪਰਮਾਤਮਾ ਦੀ ਸੇਵਾ ਨਹੀਂ, ਪਰਮਾਤਮਾ ਦੀ ਸੇਵਾ ਨਹੀਂ ਉਹ ਕਰ ਸਕਦਾ। ਪਰਮਾਤਮਾ ਨੇ ਸਿੱਧਾ ਤਾਂ ਤੇਰੇ ਘਰੇ ਆਉਣਾ ਨਹੀਂ, ਉਹਨੇ ਕਿਸੇ ਗੁਰਸਿੱਖ ਦੇ ਰੂਪ ਵਿੱਚ ਆਉਣਾ ਹੈ, ਉਹਨੇ ਕਿਸੇ ਸਾਧੂ ਦੇ ਰੂਪ ਵਿੱਚ ਆਉਣਾ ਹੈ, ਉਹਨੇ ਕਿਸੇ ਸੰਤ ਦੇ ਰੂਪ ਵਿੱਚ ਆਉਣਾ ਹੈ, ਕਿਸੇ ਉਹਨੇ ਸਤ ਪ੍ਰਤੱਗੀ ਦੇ ਰੂਪ ਵਿੱਚ ਆਉਣਾ ਹੈ। ਤੇਰੇ ਜੋ ਭਾਵਨਾ ਉਹਨੂੰ ਭਾਗ ਲਾਉਣ ਵਾਸਤੇ ਆਉਣਾ ਹੈ, ਤੂੰ ਉਹਦਾ ਨਿਰਾਦਰ ਪਿਆ ਕਰਦਾ ਹੈ, ਤੇਰਾ ਆਦਰ ਕਿੱਥੇ ਹੋਵੇਗਾ, ਤੈਨੂੰ ਸਕੂਨ ਨਹੀਂ ਮਿਲੇਗਾ। ਉੱਥੇ ਰੱਬ ਦੀ ਵੀ ਸੇਵਾ